ਹੈਲੋ ਫਰੈਂਡਸ, ਵੈਲਕਮ ਬੈਕ ਟੂ ਮਾਈ ਚੈਨਲ। ਮੈਂ ਤੁਹਾਡੀ ਆਪਣੀ ਦੋਸਤ ਪੰਜਾਬੀ ਯੂਟਿਊਬਰ ਜੀਤ। ਅੱਜ ਤੁਹਾਡੇ ਲਈ ਅਸੀਂ ਇੱਕ ਨਵਾਂ ਟੌਪਿਕ ਲੈ ਕੇ ਆਏ ਹਾਂ। ਨਿਊ ਕਨਸੈਪਟ ਤੇ ਨਿਊ ਇਨਫੋਰਮੇਸ਼ਨ ਤੁਹਾਨੂੰ ਅੱਜ ਅਸੀਂ ਪ੍ਰੋਵਾਈਡ ਕਰਾਂਗੇ। ਅੱਜ ਅਸੀਂ ਕਰਾਂਗੇ ਆਪਣੀ ਬੇਸਿਕ ਅਕਾਊਂਟਿੰਗ ਟਰਮਸ। ਅਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਜਸਟ ਮੀਨਿੰਗ ਸਮਝ ਲੂੰਗੇ ਇਹਨਾਂ ਦਾ। ਸਾਨੂੰ ਜਦ ਪ੍ਰੋਪਰ ਤਰੀਕੇ ਨਾਲ ਸਮਝ ਆਊਗੀ ਜਦੋਂ ਅਸੀਂ ਆਪਣੇ ਨੂਮੈਰੀਕਲ ਸੋਲਵ ਕਰੂੰਗੇ, ਕਿਉਂਕਿ ਵਿਦਾਊਟ ਨੂਮੈਰੀਕਲ ਆਹ ਟਰਮਸ ਤੁਹਾਡੇ ਲਈ ਜਸਟ ਇੱਕ ਟਰਮਸ ਰਹਿ ਜੂੰਗੀਆਂ। ਜਦੋਂ ਇਸ ਨੂੰ ਅਸੀਂ ਆਪਣੇ ਨੂਮੈਰੀਕਲਸ ਦੇ ਵਿੱਚ ਯੂਜ਼ ਕਰੂੰਗੇ ਇਨ ਟਰਮਸ ਨੂੰ, ਉਹਨਾਂ ਵਿੱਚ ਸਾਨੂੰ ਜ਼ਿਆਦਾ ਕਲੀਅਰ ਹੋ ਜਾਊਗਾ ਕਿ ਸਾਡੀ ਇਹ ਟਰਮਸ ਹੁੰਦੀਆਂ ਕੀ ਨੇ। ਅਸੀਂ ਇਸ ਚੈਪਟਰ ਨੂੰ ਬੇਸਿਕਲੀ 2 ਪਾਰਟ ਵਿੱਚ ਡਿਵਾਈਡ ਕਰੂੰਗੇ। ਕੁਝ ਟਰਮਸ ਮੈਂ ਤੁਹਾਨੂੰ ਹੁਣ ਦੱਸਾਂਗੀ, ਕੁਝ ਮੈਂ ਤੁਹਾਨੂੰ ਬਾਅਦ 'ਚ ਦੱਸਾਂਗੀ। ਸਭ ਤੋਂ ਪਹਿਲਾਂ ਆਉਂਦਾ ਹੈ ਬਿਜ਼ਨਸ ਟ੍ਰਾਂਜੈਕਸ਼ਨ। ਬਿਜ਼ਨਸ ਟ੍ਰਾਂਜੈਕਸ਼ਨ ਉਹ ਹੁੰਦੀਆਂ ਨੇ ਜਿੱਥੇ ਅਸੀਂ ਗੁੱਡਸ ਦੇ ਬਦਲੇ ਮਨੀ ਦਿੰਦੇ ਨੇ, ਐਕਸਚੇਂਜ ਕਰਦੇ ਨੇ ਗੁੱਡਸ ਨੂੰ ਇਨ ਦੀ ਫੋਰਮ ਆਫ ਮਨੀ। ਜਿੱਦਾਂ ਅਸੀਂ ਦੁਕਾਨਦਾਰ ਕੋਲ ਜਾਂਦੇ ਨੇ, ਅਸੀਂ ਉਹਨੂੰ ਪੈਸੇ ਦਿੰਦੇ ਨੇ ਤੇ ਚੀਜ਼ ਲੈ ਲੈਂਦੇ ਨੇ, ਉਹਨੂੰ ਅਸੀਂ ਕਹਿ ਦਿੰਦੇ ਨੇ ਟ੍ਰਾਂਜੈਕਸ਼ਨ। ਜਦੋਂ ਆ ਬਿਜ਼ਨਸ ਦੇ ਵਿੱਚ ਹੁੰਦੀਆਂ ਨੇ, ਇੱਕ ਤੁਸੀਂ ਕਹਿ ਸਕਦੇ ਹੋ ਹਿਊਜ ਅਮਾਊਂਟ ਦੇ ਵਿੱਚ, ਤਾਂ ਉਹ ਅਸੀਂ ਬਿਜ਼ਨਸ ਟ੍ਰਾਂਜੈਕਸ਼ਨ ਕਹਿ ਦਿੰਦੇ ਨੇ। ਉਹ ਤੋਂ ਬਾਅਦ ਆਉਂਦਾ ਹੈ ਕੈਪੀਟਲ, ਜੋ ਕਿ ਅਸੀਂ ਪੰਜਾਬੀ ਭਾਸ਼ਾ ਵਿੱਚ ਅਸੀਂ ਇਹਨੂੰ ਕਹਿੰਦੇ ਪੂੰਜੀ। ਕੋਈ ਵੀ ਬਿਜ਼ਨਸ ਸਟਾਰਟ ਕਰਨ ਤੋਂ ਪਹਿਲਾਂ ਜੋ ਸਾਨੂੰ ਕੁਛ ਚਾਹੀਦਾ ਹੁੰਦਾ ਆ, ਉਹਨੂੰ ਅਸੀਂ ਆਪਣੀ ਕੈਪੀਟਲ ਕਹਿੰਦੇ ਨੇ। ਮਨੀ ਚਾਹੀਦੀ ਹੈ, ਫਰਨੀਚਰ, ਵਟਐਵਰ ਐਸੇਟ, ਲਾਇਬਿਲਿਟੀ, ਜੋ ਮਰਜ਼ੀ ਤੁਸੀਂ ਕਹਿ ਸਕਦੇ ਹੋ, ਸਾਡੀ ਕੈਪੀਟਲ ਹੁੰਦੀ ਹੈ। ਕੈਪੀਟਲ ਜ਼ਿਆਦਾਤਰ ਸ਼ੇਅਰਸ ਦੇ ਫੋਰਮ ਦੇ ਵਿੱਚ ਹੁੰਦੀ ਹੈ, ਲੋਨਸ ਦੇ ਫੋਰਮ ਦੇ ਵਿੱਚ ਹੁੰਦੀ ਆ, ਤੇ ਮਨੀ ਦੇ ਫੋਰਮ ਦੇ ਵਿੱਚ ਹੁੰਦੀ ਹੈ, ਕੈਸ਼ ਹੁੰਦੀ ਹੈ। ਤਾਂ ਤੁਹਾਨੂੰ ਆਹ ਸਾਰੀ ਅਸੀਂ ਇਹਨੂੰ ਕੈਪੀਟਲ ਕਹਿਣਗੇ। ਉਹ ਤੋਂ ਬਾਅਦ ਆਉਂਦਾ ਹੈ ਲਾਇਬਿਲਿਟੀ। ਲਾਇਬਿਲਿਟੀਆਂ ਸਾਡੀਆਂ 2 ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਨੋਨ ਕਰੰਟ, ਇੱਕ ਕਰੰਟ ਲਾਇਬਿਲਿਟੀ। ਸਭ ਤੋਂ ਪਹਿਲਾਂ ਲਾਇਬਿਲਿਟੀ ਸਮਝ ਲਓ ਹੁੰਦੀ ਕੀ ਹੈ। ਲਾਇਬਿਲਿਟੀ ਹੁੰਦੀ ਹੈ ਸਾਡੀ ਦੇਣਦਾਰੀ। ਜਦੋਂ ਅਸੀਂ ਕਿਸੇ ਦੇ ਪੈਸੇ ਦੇਣੇ ਹੁੰਦੇ ਆ ਕਰਜ਼ੇ ਦੇ ਤੌਰ ਤੇ, ਤਾਂ ਉਹਨੂੰ ਅਸੀਂ ਆਪਣੀ ਲਾਇਬਿਲਿਟੀ ਕਹਿ ਦਿੰਦੇ ਆ। ਆ 2 ਤਰ੍ਹਾਂ ਦੀ ਹੁੰਦੀਆਂ ਨੇ, ਨੋਨ ਕਰੰਟ ਤੇ ਕਰੰਟ। ਨੋਨ ਕਰੰਟ ਉਹ ਹੁੰਦੀਆਂ ਨੇ ਜਿਹੜੇ ਲੰਬੇ ਸਮੇਂ ਲਈ ਅਸੀਂ ਪੈਸੇ ਧਾਰ ਲਏ ਹੁੰਦੇ ਆ, ਜਿੱਦਾਂ ਕਿ ਤੁਸੀਂ ਕਹਿ ਦਿੰਦੇ ਆ ਲੌਂਗ ਟਰਮ ਲੋਨਸ ਆ ਜਾਂਦੇ ਨੇ ਇਹਨਾਂ ਦੇ ਵਿੱਚ, ਲੌਂਗ ਟਰਮ ਬੋਰੋਇੰਗਸ ਆ ਜਾਂਦੀਆਂ ਇਹਨਾਂ ਦੇ ਵਿੱਚ। ਜਦੋਂ ਅਸੀਂ ਬੈਂਕ ਤੋਂ ਜਾਂ ਕਿਸੇ ਵੀ ਫਾਈਨੈਂਸ਼ੀਅਲ ਇੰਸਟੀਟਿਊਟ ਤੋਂ ਲੌਂਗ ਟਰਮ ਲਈ ਅਸੀਂ ਕੁਝ ਮਨੀ ਬੋਰੋ ਕਰਦੇ ਨੇ, ਤਾਂ ਉਹਨੂੰ ਅਸੀਂ ਆਪਣੀ ਲਾਇਬਿਲਿਟੀ ਕਹਿ ਦਿੰਦੇ, ਉਹ ਵੀ ਨੋਨ ਕਰੰਟ ਲਾਇਬਿਲਿਟੀ। ਅਸੀਂ ਕਰੰਟ ਲਾਇਬਿਲਿਟੀ ਦੀ ਗੱਲ ਕਰਦੇ ਹਾਂ। ਕਰੰਟ ਲਾਇਬਿਲਿਟੀ ਦਾ ਮਤਲਬ ਹੋ ਜਾਊਗਾ ਜੋ ਅਸੀਂ ਸ਼ੋਰਟ ਪੀਰੀਅਡ ਲਈ ਲੈਂਦੇ ਆ ਲੋਨ, ਜੋ ਅਸੀਂ ਬੈਂਕਾਂ ਤੋਂ ਜਸਟ ਨੋਟ ਮੋਰ ਦੈਨ 1 ਈਅਰ। ਓਕੇ, ਦੈਨ ਉਹ ਤੋਂ ਬਾਅਦ ਆਉਂਦਾ ਆ ਐਸੇਟਸ। ਐਸੇਟਸ ਸਾਡੀਆਂ ਹੁੰਦੀਆਂ ਨੇ ਜਿਹੜੀ ਅਸੀਂ ਬਿਜ਼ਨਸ ਸਟਾਰਟ ਕਰਨ ਦੇ ਵੇਲੇ ਜੋ ਚੀਜ਼ਾਂ ਯੂਜ਼ ਕਰਦੇ, ਲੰਬੇ ਸਮੇਂ ਲਈ ਸਾਡੇ ਨਾਲ ਚੱਲਦੀਆਂ ਨੇ, ਜਿੱਦਾਂ ਕਿ ਸਾਡੀ ਹੋ ਗਈ ਮਸ਼ੀਨਰੀ। ਹੁਣ ਅਸੀਂ ਕੋਈ ਵੀ ਬਿਜ਼ਨਸ ਲਾ ਲਓ, ਅਸੀਂ ਪਲੇਟਸ ਬਣਾਉਂਦੀਆਂ ਨੇ, ਪੇਪਰ ਪਲੇਟ ਹੁੰਦੀਆਂ ਨੇ ਜੋ ਉਹ ਬਣਾਉਂਦੇ ਨੇ, ਉਹ ਜਿਸ ਮਸ਼ੀਨ ਨਾਲ ਉਹ ਬਣਦੀ ਆ, ਉਹ ਸਾਡੀ ਮਸ਼ੀਨਰੀ, ਸਾਡੀ ਇੱਕ ਐਸੇਟ ਹੈ। ਉਸ ਤੋਂ ਬਿਨਾਂ ਉਹ ਪੇਪਰ ਪਲੇਟਸ ਨਹੀਂ ਬਣ ਸਕਦੀਆਂ। ਤਾਂ ਆ ਵੀ 2 ਤਰ੍ਹਾਂ ਦੀ ਹੁੰਦੀਆਂ ਨੇ ਵੈਸੇ ਤਾਂ। ਨੋਨ ਕਰੰਟ, ਇੱਕ ਤਾਂ ਸਭ ਤੋਂ ਪਹਿਲਾਂ ਆਉਂਦੀ ਆ ਫਿਕਸਡ ਐਸੇਟ। ਉਹਦੇ ਵਿੱਚ ਆਉਂਦੀਆਂ ਨੇ 2 ਤਰ੍ਹਾਂ ਦੀ, ਟੈਂਜੀਬਲ, ਇਨਟੈਂਜੀਬਲ। ਉਹ ਤੋਂ ਬਾਅਦ ਆਉਂਦੀਆਂ ਨੇ ਨੋਨ ਕਰੰਟ ਐਸੇਟਸ, ਜਿੱਦਾਂ ਕਿ ਜਿਹੜੀ ਲੌਂਗ ਪੀਰੀਅਡ ਲਈ ਹੁੰਦੀ ਹੈ, ਜਿੱਦਾਂ ਮਸ਼ੀਨਰੀ। ਫਿਰ ਦੂਜੀ ਆਉਂਦੀ ਹੈ ਕਰੰਟ ਐਸੇਟਸ, ਜੋ ਕਿ ਹੁੰਦੀ ਹੈ ਸਾਡੀ ਕੈਸ਼। ਤੋਂ ਬਾਅਦ ਆਉਂਦੀਆਂ ਨੇ ਫਿਕਟੀਸ਼ੀਅਸ ਐਸੇਟਸ। ਓਕੇ, ਦੈਨ ਉਹ ਤੋਂ ਬਾਅਦ ਆਉਂਦੀਆਂ ਨੇ ਸਾਡਾ ਅਕਾਊਂਟ, ਟਰਮ ਅਕਾਊਂਟ। ਅਕਾਊਂਟ ਕੀ ਹੁੰਦਾ ਆ? ਜਿਸ ਦੇ ਵਿੱਚ ਜਦੋਂ ਅਸੀਂ ਇੱਕ ਟ੍ਰਾਂਜੈਕਸ਼ਨ ਦਾ ਰਿਕਾਰਡ ਤਿਆਰ ਕਰਦੇ ਨੇ, ਜਿਸ ਦੇ ਵਿੱਚ ਅਸੀਂ ਉਹ ਰਿਕਾਰਡ ਤਿਆਰ ਕਰ ਰਹੇ ਨੇ, ਉਹਨੂੰ ਅਸੀਂ ਕਹਿੰਦੇ ਨੇ ਆਪਣੇ ਅਕਾਊਂਟ। ਕਿੰਨਾ ਪੈਸਾ ਗਿਆ, ਕਿੰਨਾ ਪੈਸਾ ਸਾਡੇ ਕੋਲ ਆਇਆ, ਉਹ ਸਾਰਾ ਅਸੀਂ ਜਿੱਥੇ ਰਿਕਾਰਡ ਕਰਦੇ ਨੇ, ਉਹਨੂੰ ਅਸੀਂ ਆਪਣੇ ਅਕਾਊਂਟਸ ਕਹਿੰਦੇ ਨੇ। ਉਹ ਤੋਂ ਬਾਅਦ ਆ ਜਾਂਦਾ ਹੈ ਡਰਾਇੰਗਸ। ਡਰਾਇੰਗਸ ਵੀ ਇੱਕ ਤਰ੍ਹਾਂ ਦੇ ਨਾਲ ਸਾਡੀ ਪਰਸਨਲ, ਅਸੀਂ ਇਹਨੂੰ ਕਹਿ ਦਿੰਦੇ ਪਰਸਨਲ ਬੋਰੋਇੰਗਸ ਹੁੰਦੀਆਂ ਨੇ, ਜੋ ਅਸੀਂ ਇੱਕ ਇੰਪਲੋਏ ਕੰਪਨੀ ਤੋਂ ਲੈਂਦਾ ਆ, ਤਾਂ ਉਹਨੂੰ ਅਸੀਂ ਆਪਣੀ ਡਰਾਇੰਗਸ ਕਹਿ ਦਿੰਦੇ ਨੇ। ਜਾਂ ਅਸੀਂ ਆਪਣੇ ਫਰੈਂਡਸ ਤੋਂ ਲਿੱਤੀਆਂ, ਉਹਨੂੰ ਅਸੀਂ ਆਪਣੀ ਡਰਾਇੰਗਸ ਕਹਿ ਦਿੰਦੇ ਨੇ। ਸਾਡੀ ਦੇਣਦਾਰੀ ਹੁੰਦੀ ਆ ਵੀ ਇੱਕ ਤਰ੍ਹਾਂ ਦੀ। ਉਹ ਤੋਂ ਬਾਅਦ ਆਉਂਦੇ ਨੇ ਸਾਡੀ ਰਿਸੀਪਟਸ, ਯਾਨੀ ਕਿ ਸਾਡੀਆਂ ਇਨਕਮ। ਓਕੇ, ਦੈਨ ਉਹ ਤੋਂ ਬਾਅਦ ਆਉਂਦੇ ਨੇ ਸਾਡੇ ਐਕਸਪੈਂਡੀਚਰ, ਯਾਨੀ ਕਿ ਸਾਡੇ ਖਰਚੇ। ਤੇ ਉਹ ਤੋਂ ਬਾਅਦ ਆਉਂਦੇ ਨੇ ਸਾਡੇ ਐਕਸਪੈਂਸ। ਆ ਵੀ ਸਾਡੇ ਖਰਚੇ ਆ ਜਾਂਦੇ ਆ। ਆ ਕੁਛ ਅਸੀਂ ਕੰਮ ਕਰਨ ਤੋਂ ਪਹਿਲਾਂ ਪੇ ਕਰ ਦਿੰਦੇ ਆ, ਕੁਛ ਅਸੀਂ ਕੰਮ ਕਰਨ ਤੋਂ ਬਾਅਦ ਪੇ ਕਰਦੇ ਆ। ਦੈਨ ਆ ਜਾਂਦਾ ਹੈ ਸਾਡਾ ਪ੍ਰੋਫਿਟ। ਪ੍ਰੋਫਿਟ ਸਾਡਾ ਹੁੰਦਾ ਹੈ ਮੁਨਾਫਾ।
ਇੰਨੀ ਸੇਲ ਕਰਨ ਤੋਂ ਬਾਅਦ ਆਪਣਾ ਕੋਸਟ ਕੱਢ ਕੇ ਜੋ ਪਿੱਛੇ ਬਚਦਾ ਉਹ ਸਾਡਾ ਹੁੰਦਾ ਆ ਪ੍ਰੋਫਿਟ। ਦੈਨ ਉਹ ਤੋਂ ਬਾਅਦ ਆਉਂਦਾ ਹੈ ਸਾਡਾ ਲੋਸ। ਸੇਲ ਕਰਨ ਤੋਂ ਬਾਅਦ ਉਹਦੇ ਵਿੱਚੋਂ ਕੋਸਟ ਕੱਢ ਕੇ ਵੀ ਸਾਡੀ ਸੇਲ ਵਿੱਚੋਂ ਸਾਡੀ ਕੋਸਟ ਨਹੀਂ ਪੂਰੀ ਹੋ ਰਹੀ, ਯਾਨੀ ਕਿ ਸਾਨੂੰ ਨੁਕਸਾਨ ਹੋ ਰਿਹਾ ਹੈ। ਕਿਉਂਕਿ ਜਦੋਂ ਅਸੀਂ ਕੋਈ ਚੀਜ਼ ਸੇਲ ਕਰਦੇ ਹਾਂ ਉਹਦੇ ਵਿੱਚੋਂ ਅਸੀਂ ਆਪਣੀ ਪਹਿਲਾਂ ਕੋਸਟ ਕੱਢਦੇ ਹਾਂ, ਜੋ ਪਿੱਛੇ ਬਚਦਾ ਆ। ਜੇ ਤਾਂ ਪੋਜ਼ਿਟਿਵ ਬਚ ਰਿਹਾ ਹੈ ਤਾਂ ਉਹ ਸਾਡਾ ਪ੍ਰੋਫਿਟ ਮੰਨਿਆ ਜਾਊਗਾ, ਜੇ ਉਹ ਨੈਗੇਟਿਵ ਹੁੰਦਾ ਆ ਤਾਂ ਉਹ ਸਾਡਾ ਲੋਸ ਮੰਨਿਆ ਜਾਊਗਾ। ਉਹ ਤੋਂ ਬਾਅਦ ਆਉਂਦਾ ਹੈ ਪਹਿਲਾਂ ਆ ਪੜ੍ਹਦੇ ਹਾਂ ਇਨਕਮਸ ਹੁੰਦੀਆਂ ਕੀ ਨੇ। ਜਿੱਦਾਂ ਸਾਡੇ ਐਕਸਪੈਂਸਿਸ ਹੁੰਦੇ ਨੇ ਉੱਦਾਂ ਹੀ ਸਾਡੀ ਇਨਕਮਸ ਹੁੰਦੀਆਂ ਨੇ। ਖਰਚੇ, ਐਕਸਪੈਂਸਿਸ ਨੂੰ ਅਸੀਂ ਖਰਚੇ ਕਹੂੰਗੇ ਕਿਉਂਕਿ ਆ ਬਿਜ਼ਨਸ ਦੇ ਵਿੱਚ ਡੇਲੀ ਬੇਸਿਸ ਤੇ ਯੂਜ਼ ਹੁੰਦੇ ਨੇ, ਤੇ ਇਨਕਮਸ ਵੀ ਸਾਨੂੰ ਡੇਲੀ ਬੇਸਿਸ ਤੇ ਕੁਝ ਇਹੋ ਜਿਹੀਆਂ ਹੁੰਦੀਆਂ ਨੇ ਬਿਜ਼ਨਸ ਜਿਹਦੇ ਵਿੱਚ ਇਨਕਮ ਸਾਨੂੰ ਡੇਲੀ ਬੇਸਿਸ ਤੇ ਹੁੰਦੀਆਂ ਨੇ। ਜਿੱਦਾਂ ਕਿ ਅਸੀਂ ਕਹਿ ਸਕਦੇ ਹਾਂ 1% ਕੰਪਨੀ ਦੇ ਵਿੱਚ ਅਸੀਂ ਰਿਟੇਲ ਦਾ ਲੈ ਲੈਂਦੇ ਹਾਂ ਐਗਜ਼ਾਮਪਲ, ਉਹਦੇ ਵਿੱਚ ਸਾਨੂੰ ਡੇਲੀ ਦੀ ਡੇਲੀ ਇਨਕਮ ਹੁੰਦੀ ਹੈ, ਅਸੀਂ ਡੇਲੀ ਐਕਸਪੈਂਸਿਸ ਵੀ ਕਰਦੇ ਨੇ। ਦੈਨ ਉਹ ਤੋਂ ਬਾਅਦ ਆ ਜਾਂਦਾ ਹੈ ਗੇਨ ਵੀ ਜਸਟ ਲਾਈਕ ਪ੍ਰੋਫਿਟ ਹੁੰਦਾ ਆ। ਉਹ ਤੋਂ ਬਾਅਦ ਆ ਜਾਂਦੀ ਹੈ ਪਰਚੇਜ਼ ਅਸੀਂ ਕਹੂੰਗੇ ਜਦੋਂ ਅਸੀਂ ਬਾਹਰੋਂ ਕੁਝ ਸਮਾਨ ਖਰੀਦ ਕੇ ਲੈ ਕੇ ਆਏ। ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਪੇਪਰ ਪਲੇਟ ਦੀ ਐਗਜ਼ਾਮਪਲ ਦਿੱਤੀ ਸੀ, ਅਸੀਂ ਪੇਪਰ ਪਲੇਟ ਦੀ ਕੰਪਨੀ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਉਹਦੇ ਲਈ ਕੀ ਖਰੀਦੂਗੇ, ਰੋ ਮਟੀਰੀਅਲ ਪੇਪਰ ਖਰੀਦੂਗੇ ਜਿਹਦੀ ਸਾਡੀ ਪੇਪਰ ਪਲੇਟਸ ਬਣਨੀਆਂ ਨੇ, ਮਸ਼ੀਨਰੀ ਖਰੀਦੂਗੇ ਜੋ ਕਿ ਸਾਡੀ ਫਿਕਸ ਐਸਟ ਬਣ ਜੂਗੀ ਬਾਅਦ 'ਚ ਜਾ ਕੇ। ਦੈਨ ਉਹ ਤੋਂ ਬਾਅਦ ਆਉਂਦੀ ਹੈ ਪਰਚੇਜ਼ ਰਿਟਰਨ। ਜਦੋਂ ਅਸੀਂ ਆਪਣਾ ਰੋ ਮਟੀਰੀਅਲ ਖਰੀਦਿਆ, ਯਾਨੀ ਕਿ ਅਸੀਂ ਆਪਣੇ ਪੇਪਰਸ ਖਰੀਦੇ ਨੇ, ਜੋ ਕਟਿੰਗ ਹੋਏ ਪੇਪਰ ਪਲੇਟਸ ਹੋਣਗੀਆਂ ਅਸੀਂ ਉਹ ਖਰੀਦਣੀਆਂ ਨੇ। ਜਦੋਂ ਅਸੀਂ ਉਹ ਖਰੀਦੂਗੇ ਉਹਦੇ ਵਿੱਚ ਕੁਝ ਡਿਫੈਕਟਿਵ ਪੀਸ ਹੁੰਦੇ ਨੇ ਜਾਂ ਕੁਝ ਸਾਡੇ ਕੋਲ ਰੋ ਮਟੀਰੀਅਲ ਜ਼ਿਆਦਾ ਆ ਗਿਆ, ਸਾਨੂੰ ਉਹ ਪਸੰਦ ਨਹੀਂ ਆਇਆ ਮਟੀਰੀਅਲ, ਅਸੀਂ ਉਹ ਵਾਪਸ ਕਰ ਸਕਦੇ ਹਾਂ, ਤਾਂ ਉਹਨੂੰ ਅਸੀਂ ਕਹਿੰਦੇ ਨੇ ਪਰਚੇਜ਼ ਰਿਟਰਨ, ਖਰੀਦਿਆ ਹੋਇਆ ਮਾਲ ਵਾਪਸ ਭੇਜਣਾ। ਦੈਨ ਉਹ ਤੋਂ ਬਾਅਦ ਆਉਂਦਾ ਹੈ ਸਾਡੇ ਸੇਲ। ਜਦੋਂ ਅਸੀਂ ਉਹ ਪੇਪਰ ਪਲੇਟ ਤੇ ਵਰਕ ਕਰ ਲਿਆ, ਉਹਦਾ ਸਾਰਾ ਪ੍ਰੋਸੈਸ ਕੰਪਲੀਟ ਹੋ ਗਿਆ, ਉਸ ਪੇਪਰ ਤੋਂ ਅਸੀਂ ਆਪਣੀ ਪੇਪਰ ਪਲੇਟ ਬਣਾਤੀ, ਉਹਨੂੰ ਅਸੀਂ ਕਹਿੰਦੇ ਆ ਫਿਨਿਸ਼ਡ ਪ੍ਰੋਡਕਟ, ਜੋ ਕਿ ਅਸੀਂ ਮਾਰਕੀਟ ਦੇ ਵਿੱਚ ਜਾ ਕੇ ਕਸਟਮਰ ਨੂੰ ਪ੍ਰੈਜ਼ੈਂਟ ਕਰਨਾ ਆ। ਕਸਟਮਰ ਉਹ ਪ੍ਰੋਡਕਟ ਖਰੀਦੂਗਾ, ਸਾਡੇ ਲਈ ਉਹ ਕਿਆ ਬਣ ਗਈ, ਸਾਡੀ ਸੇਲ ਬਣ ਗਈ ਕਿ ਅਸੀਂ ਉਹ ਪ੍ਰੋਡਕਟ ਉਸ ਕਸਟਮਰ ਤੱਕ ਪਹੁੰਚਾਤਿਆ, ਉਹਨੂੰ ਕਹੂੰਗੇ ਅਸੀਂ ਆਪਣੀ ਸੇਲ। ਦੈਨ ਉਹ ਤੋਂ ਬਾਅਦ ਸੇਲ ਰਿਟਰਨ ਆਉਂਦੀ ਹੈ ਟਰਮ। ਸੇਲ ਰਿਟਰਨ 'ਚ ਤੁਸੀਂ ਕਹਿ ਸਕਦੇ ਹੋ ਜਦੋਂ ਅਸੀਂ ਆਪਣਾ ਉਹ ਸੇਲ ਕੀਤਾ ਪ੍ਰੋਡਕਟ, ਕਸਟਮਰ ਨੂੰ ਉਹ ਪਸੰਦ ਨਹੀਂ ਆਇਆ ਤਾਂ ਸਾਨੂੰ ਰਿਟੇਲਰ ਨੇ ਉਹ ਪ੍ਰੋਡਕਟ ਵਾਪਸ ਕਰਤਿਆ, ਉਹਨੂੰ ਅਸੀਂ ਕਹੂੰਗੇ ਕਿ ਸਾਡੀ ਸੇਲ ਸਾਡੇ ਕੋਲ ਵਾਪਸ ਆ ਗਈ, ਯਾਨੀ ਕਿ ਉਹ ਹੋ ਗਈ ਸਾਡੀ ਸੇਲ ਰਿਟਰਨ। ਦੈਨ ਉਹ ਤੋਂ ਬਾਅਦ ਆ ਜਾਂਦਾ ਹੈ ਸਾਡੀਆਂ ਗੁੱਡਸ ਉਹਨੂੰ ਕਹੂੰਗੇ ਜੋ ਅਸੀਂ ਚੀਜ਼ ਬਣਾ ਰਹੇ ਨੇ। ਜਿੱਦਾਂ ਅਸੀਂ ਪੇਪਰ ਪਲੇਟਸ ਬਣਾ ਰਹੇ ਨੇ ਤਾਂ ਉਹ ਸਾਡੀ ਆਪਣੀ ਗੁੱਡਸ ਦੇ ਵਿੱਚ ਆ ਗਈ। ਫਿਜ਼ੀਕਲ ਫਾਰਮ ਦੇ ਵਿੱਚ ਜੋ ਸਾਨੂੰ ਚੀਜ਼ ਦਿਖਾਈ ਦਿੰਦੀ ਆ ਉਹ ਸਾਡੀ ਗੁੱਡਸ ਹੁੰਦੀਆਂ ਨੇ, ਉਹ ਪ੍ਰੋਡਕਟ ਸਾਡਾ ਗੁੱਡਸ ਹੁੰਦਾ ਹੈ। ਤੇ ਸਰਵਿਸਿਜ਼ ਇਨਟੈਂਜੀਬਲ ਹੁੰਦੀਆਂ ਨੇ ਜੋ ਕਿ ਅਸੀਂ ਫੀਲ ਕਰ ਸਕਦੇ ਹਾਂ ਬਟ ਅਸੀਂ ਉਹਨੂੰ ਦੇਖ ਨਹੀਂ ਸਕਦੇ। ਓਕੇ, ਦੈਨ ਉਹ ਤੋਂ ਬਾਅਦ ਆ ਜਾਂਦਾ ਹੈ ਸਾਡੇ ਕੋਲ ਕੋਸਟ ਦਾ ਮਤਲਬ ਹੁੰਦਾ ਹੈ ਕਿ ਸਾਡਾ ਕਿੰਨਾ ਖਰਚਾ ਆਇਆ ਹੈ ਇੱਕ ਪ੍ਰੋਡਕਟ ਬਣਾਉਣ ਦੇ ਵਿੱਚ। ਦੈਨ ਉਹ ਤੋਂ ਬਾਅਦ ਆ ਜਾਂਦਾ ਹੈ ਸਾਡਾ ਡਿਸਕਾਊਂਟ। ਜਦੋਂ ਤੁਸੀਂ ਕਸਟਮਰ ਹੋ, ਇੱਕ ਤੁਸੀਂ ਚੀਜ਼ ਖਰੀਦਣ ਗਏ, ਤੁਸੀਂ ਸੂਟ ਲਾ ਲਓ, ਅਸੀਂ ਸੂਟ ਖਰੀਦਣ ਗਏ, ਅਸੀਂ ਉਹ ਬਾਰਗੇਨਿੰਗ ਕਰਦੇ ਹਾਂ ਨਾ ਵੀ ਤੂੰ ਸਾਨੂੰ ਇੰਨਾ ਡਿਸਕਾਊਂਟ ਦੇ ਦੇ। ਕਈ ਵਾਰ ਸਾਡਾ ਸੇਲਰ ਵੀ ਕਹਿ ਦਿੰਦਾ ਜੀ ਇਹਦੇ ਉੱਤੇ 10% ਡਿਸਕਾਊਂਟ ਚੱਲਦਾ ਪਿਆ ਏ, ਤਾਂ ਉਹਨੂੰ ਕਹਿ ਦਿੰਦੇ ਆ ਅਸੀਂ ਡਿਸਕਾਊਂਟ, ਯਾਨੀ ਕਿ ਛੂਟ। ਸਾਨੂੰ ਕੋਈ ਚੀਜ਼ ਖਰੀਦਣ ਦੇ ਇੰਨੇ % ਜਾਂ ਇੰਨੇ ਪੈਸਿਆਂ ਦਾ ਸਾਨੂੰ ਛੂਟ ਮਿਲ ਗਈ, ਉਹਨੂੰ ਅਸੀਂ ਡਿਸਕਾਊਂਟ ਕਹਿ ਦਿੰਦੇ। ਇਹਦੀਆਂ ਨੇ ਬੇਸਿਕ ਟਰਮਸ ਜੋ ਅਸੀਂ ਨੋਰਮਲ ਯੂਜ਼ ਕਰਦੇ ਨੇ। ਤੁਸੀਂ ਇਹਨਾਂ ਦੀ ਐਗਜ਼ਾਮਪਲ ਆਪਣੀ ਡੇਲੀ ਲਾਈਫ ਤੋਂ ਵੀ ਲੈ ਸਕਦੇ ਹੋ, ਬਹੁਤ ਸਾਰੀ ਐਗਜ਼ਾਮਪਲਸ ਹੁੰਦੀਆਂ ਨੇ ਇਹਨਾਂ ਦੀਆਂ। ਤੇ ਕੁਝ ਇੰਪੋਰਟੈਂਟ ਟਰਮਸ ਨੇ ਜੋ ਤੁਹਾਨੂੰ ਮੈਂ ਅੱਗੇ ਨੈਕਸਟ ਪਾਰਟ ਦੇ ਵਿੱਚ ਦੱਸਾਂਗੀ ਇਹਦੇ ਤੇ। ਤਾਂ ਪਲੀਜ਼ ਤੁਸੀਂ ਕੰਟੀਨਿਊ ਬਣੇ ਰਹੋ ਮੇਰੇ ਨਾਲ। ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਨਹੀਂ ਕੀਤਾ ਸਬਸਕ੍ਰਾਈਬ, ਤੇ ਬੈਲ ਆਈਕਨ ਵੀ ਜ਼ਰੂਰ ਹਿੱਟ ਕਰ ਦਿਓ ਤਾਂ ਕਿ ਤੁਹਾਨੂੰ ਮੇਰੇ ਅਗਲੇ ਫਰਦਰ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ। ਤੇ ਸੌਰੀ ਹੁਣ ਵੀਡੀਓਜ਼ ਵਿੱਚ ਥੋੜੀ ਵਿੱਚ ਸਕਿਪ ਹੋ ਗਈਆਂ ਸੀਗੀਆਂ ਬਟ ਹੁਣ ਕੰਟੀਨਿਊ ਰਹੂਗਾ। ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਜ਼ਰੂਰ ਕਰਿਓ, ਵੀਡੀਓਜ਼ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਐਂਡ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਤੁਹਾਡੇ ਲਈ ਇੱਦਾਂ ਦੀ ਹੀ ਵਧੀਆ ਵੀਡੀਓਜ਼ ਲੈ ਕੇ ਆ ਸਕਾਂ। ਪਲੀਜ਼ ਡੂ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਐਂਡ ਥੈਂਕ ਯੂ ਟੂ ਸਬਸਕ੍ਰਾਈਬ ਮਾਈ ਚੈਨਲ।